ਵਲਾਦੀਮੀਰ ਬਗਾਮੋਲੋਵ ਦਾ ਨਾਵਲ ਇਵਾਨ ਦਾ 6ਵਾਂ ਭਾਗ। ਮੈਂ ਆਪਣੇ ਚਿਹਰੇ ਉੱਤੇ ਖੋਲਣ ਦੇ ਇੱਕ ਤਾਲ ਵਿੱਚ ਵੱਜੇ ਗਰਮ ਸਾਹ ਮਹਿਸੂਸ ਕਰ ਸਕਦਾ ਸੀ। ਉਹ ਜ਼ੋਰ-ਜ਼ੋਰ ਦੀ ਚੱਪੂ ਮਾਰ ਕੇ ਕਿਸ਼ਤੀ ਚਲਾ ਰਿਹਾ ਸੀ ਤੇ ਜਦੋਂ ਚੱਪੂ ਪਾਣੀ ਉੱਤੇ ਵੱਜਦੇ ਤਾਂ ਪੋਲੇ-ਪੋਲੇ ਉੱਡਦੇ ਛਿੱਟਿਆਂ ਦੀ ਆਵਾਜ਼ ਸੁਣਦੀ ਸੀ। ਮੁੰਡਾ ਕੇਪ ਵਿੱਚ ਲੁਕਿਆ ਹੋਇਆ ਬਿਲਕੁਲ ਅਹਿਲ ਮੇਰੇ ਨਾਲ ਬੈਠਾ ਹੋਇਆ ਸੀ। ਸਾਡੇ ਸਾਹਮਣੇ ਸੱਜੇ ਕੰਢੇ ਉੱਤੇ ਜਰਮਨ ਸਦਾ ਵਾਂਗ ਹੀ ਉਗੜ-ਦੁਗੜ ਗੋਲੀਆਂ ਚਲਾ ਕੇ ਆਪਣੀ ਮੁਰਲੀ ਸਫਬੰਦੀ ਦੇ ਇਲਾਕੇ ਨੂੰ ਬੁਹਾਰ ਰਹੇ ਸਨ ਤੇ ਚੱਲਦੇ ਰਾਕਟਾਂ ਨਾਲ ਧਰਾਤਲ ਜਗਮਗ ਕਰ ਉੱਠਦਾ ਸੀ। ਮੀਂਹ ਪੈਂਦਾ ਹੋਣ ਕਾਰਨ ਗੋਲੀਆਂ ਦੇ ਲਿਸ਼ਕਾਰੇ ਬਹੁਤੇ ਚਮਕੀਲੇ ਨਹੀਂ ਸਨ। ਹਵਾ ਸਾਡੇ ਉਲਟ ਚੱਲ ਰਹੀ ਸੀ। ਹੁਣ ਤੱਕ ਮੌਸਮ ਸਾਡੇ ਅਨੁਕੂਲ ਸੀ। ਸਾਡੇ ਕੰਢੇ ਵੱਲੋਂ ਦਰਿਆ ਉੱਤੋਂ ਦੀ ਚਾਨਣ ਦੀ ਲੀਕ ਛੱਡਦੀਆਂ ਜਾਂਦੀਆਂ ਗੋਲੀਆਂ ਦੀ ਇੱਕ ਬਾੜ ਹੋਈ। ਖੱਬੀ ਬੀਹੀ ਤੋਂ ਤੀਜੀ ਬਟਾਲੀਅਨ ਨੇ ਹਰ 5ਵੇਂ-7ਵੇਂ ਮਿੰਟ ਇਸ ਤਰ੍ਹਾਂ ਇਹ ਗੋਲੀਆਂ ਚਲਾਉਣੀਆਂ ਸਨ ਤਾਂ ਜੋ ਵਾਪਸ ਆਉਂਦਿਆਂ ਸਾਨੂੰ ਆਪਣੇ ਰੁੱਖ ਰਸਤੇ ਦਾ ਪਤਾ ਲਾਉਣ 'ਚ ਮਦਦ ਮਿਲ ਸਕੇ। ਖੰਡ, ਖੋਲਣ ਨੇ ਹੌਲੀ ਜਿਹੀ ਆਖਿਆ। ਅਸਾਂ ਸਾਰਿਆਂ ਨੇ ਖੰਡ ਦੀਆਂ 2-2 ਡਲੀਆਂ ਆਪਣੇ ਮੂੰਹਾਂ 'ਚ ਪਾ ਲਈਆਂ ਤੇ ਉਹਨਾਂ ਨੂੰ ਚੂਸਣ ਲੱਗੇ। ਆਪਣੀ ਨਜ਼ਰ ਤੇ ਸੁਣਨ ਸ਼ਕਤੀ ਨੂੰ ਤਿੱਖਾ ਕਰਨ ਵਾਸਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਸੀ। ਅਸੀਂ ਦਰਿਆ ਦੇ ਅੱਧ 'ਚ ਪਹੁੰਚ ਗਏ ਹੋਵਾਂਗੇ ਜਦੋਂ ਸਾਡੇ ਸਾਹਮਣੇ ਪਾਸੇ ਤੋਂ ਇੱਕ ਮਸ਼ੀਨ ਗਨ ਦੀ ਤੜ-ਤੜ ਹੋਣ ਲੱਗੀ। ਸ਼ੂੰ ਕਰਦੀਆਂ ਗੋਲੀਆਂ ਸਾਡੇ ਆਸ-ਪਾਸ ਡਿੱਗਣ ਲੱਗੀਆਂ। ਠੱਪ-ਠੱਪ ਕਰਦੇ ਪਾਣੀ ਦੀ ਆਵਾਜ਼ ਆਉਂਦੀ ਤੇ ਸ਼ੂੰ-ਸ਼ੂੰ ਕਰਦੇ ਛਿੱਟੇ ਉੱਠਦੇ। ਮੱਗ 34 ਮੁੰਡੇ ਨੇ ਮੇਰੇ ਨਾਲ ਲੱਗਦਿਆਂ ਭਰੋਸੇ ਨਾਲ ਖੁਸਰ-ਮੁਸਰ ਕੀਤਾ। ਉਹਦੀ ਗੱਲ ਠੀਕ ਸੀ। ਡਰ ਗਿਆ? ਥੋੜ੍ਹਾ ਜਿਹਾ। ਉਹਨੇ ਮਸਾਂ ਸੁਣਦੀ ਆਵਾਜ਼ 'ਚ ਮੰਨ ਲਿਆ। ਮੈਂ ਇਹਦਾ ਆਦੀ ਨਹੀਂ ਹੋ ਸਕਦਾ। ਘਬਰਾ ਜਾਣਾ ਤੇ ਭੀਖ ਮੰਗਣ ਦਾ ਵੀ। ਇਹਦਾ ਵੀ ਮੈਂ ਆਦੀ ਨਹੀਂ ਹੋ ਸਕਦਾ। ਜੀ ਕੱਚਾ ਹੋਣ ਲੱਗ ਪੈਂਦਾ। ਮੈਂ ਚੰਗੀ ਤਰ੍ਹਾਂ ਸਮਝ ਸਕਦਾ ਸਾਂ ਕਿ ਇਸ ਮਾਣਮੱਤੇ ਨਾਜ਼ੁਕ ਮਿਜ਼ਾਜ ਮੁੰਡੇ ਲਈ ਭੀਖ ਮੰਗਣਾ ਕਿੱਡੇ ਅਪਮਾਨ ਵਾਲੀ ਗੱਲ ਹੈ। ਗੱਲ ਸੁਣ, ਕੋਈ ਗੱਲ ਯਾਦ ਕਰਦਿਆਂ ਮੈਂ ਫੁਸਰ-ਫੁਸਰ ਕੀਤਾ। ਸਾਡੀ ਬਟਾਲੀਅਨ ਵਿੱਚ ਇੱਕ ਬੋਂਦਾਰੇਵ ਹੈ। ਉਹ ਵੀ ਗੋਮੇਲ ਤੋਂ ਹੈ। ਉਹ ਕੋਈ ਤੇਰਾ ਸਾਕ ਸੰਬੰਧੀ ਤਾਂ ਨਹੀਂ? ਨਹੀਂ, ਮੇਰਾ ਕੋਈ ਸਾਕ ਸੰਬੰਧੀ ਨਹੀਂ ਹੈ। ਸਿਰਫ ਮੇਰੀ ਮਾਂ ਹੈ। ਪਤਾ ਨਹੀਂ ਇਸ ਵੇਲੇ ਉਹ ਕਿੱਥੇ ਹੈ। ਉਹਦੀ ਆਵਾਜ਼ ਕੰਬ ਗਈ ਤੇ ਮੇਰਾ ਖਾਨਦਾਨੀ ਨਾਂ ਬੂਸਲੋਵ ਹੈ, ਬੋਂਦਾਰੇਵ ਨਹੀਂ। ਤੇ ਤੇਰਾ ਆਪਣਾ ਨਾਂ ਇਵਾਨ? ਹਾਂ, ਇਹ ਠੀਕ ਹੈ। ਸ਼ਸ਼। ਖੋਲਣ ਕਿਸ਼ਤੀ ਨੂੰ ਹੋਰ ਵੀ ਆਹਿਸਤਾ ਚਲਾਉਣ ਲੱਗਾ। ਪਰ ਤੱਕ ਸੀ ਕਿ ਅਸੀਂ ਕੰਢੇ ਦੇ ਨੇੜੇ ਪਹੁੰਚ ਰਹੇ ਸਾਂ। ਜਿੰਨਾ ਚਿਰ ਮੇਰੀਆਂ ਅੱਖਾਂ 'ਚ ਪੀੜ ਨਹੀਂ ਹੋਣ ਲੱਗ ਪਈ ਮੈਂ ਹਨੇਰੇ 'ਚ ਝਾਕਦਾ ਰਿਹਾ। ਪਰ ਮੈਂ ਮੀਂਹ ਦੀ ਧੁੰਦ ਵਿੱਚੋਂ ਰਾਕਟਾਂ ਦੇ ਧੁੰਦਲੇ ਲਿਸ਼ਕਾਰਿਆਂ ਤੋਂ ਬਿਨਾਂ ਕੁਝ ਨਾ ਵੇਖ ਸਕਿਆ। ਅਸੀਂ ਨਾਮ ਮਾਤਰ ਹੀ ਅੱਗੇ ਵਧ ਰਹੇ ਸਾਂ। ਇੱਕ ਪਲ 'ਚ ਕਿਸ਼ਤੀ ਕੰਢੇ ਦੀ ਰੇਤ ਨਾਲ ਜਾ ਘਸਰੀ। ਖੋਲੇ ਨੇ ਬੜੀ ਫੁਰਤੀ ਨਾਲ ਚੱਪੂ ਪਾਣੀ 'ਚੋਂ ਕੱਢ ਕੇ ਅੰਦਰ ਆਡੇ ਦਾ ਟਕਾਏ। ਪਾਣੀ 'ਚ ਉਤਰ ਗਿਆ। ਕਿਸ਼ਤੀ ਨੂੰ ਘੁਮਾ ਕੇ ਉਹਦਾ ਪਿਛਲਾ ਪਾਸਾ ਕੰਢੇ ਵੱਲ ਕਰਕੇ ਖਿੱਚਿਆ। 2 ਮਿੰਟ ਅਸੀਂ ਆਪਣੇ ਕੰਨਾਂ ਉੱਤੇ ਜ਼ੋਰ ਪਾ ਕੇ ਬਿੜਕ ਲਈ। ਮੈਨੂੰ ਪਾਣੀ ਉੱਤੇ, ਜ਼ਮੀਨ ਉੱਤੇ ਤੇ ਭਿੱਜੀ ਹੋਈ ਕੇਪ ਉੱਤੇ ਡਿੱਗਦੀਆਂ ਕਣੀਆਂ ਦੀ ਆਵਾਜ਼ ਸੁਣਦੀ ਸੀ। ਮੈਂ ਖੋਲਣ ਦੇ ਇਕਸਾਰ ਸਾਹਾਂ ਤੇ ਆਪਣੇ ਦਿਲ ਦੀ ਧੜਕਣ ਦੀ ਆਵਾਜ਼ ਸੁਣ ਰਿਹਾ ਸੀ। ਪਰ ਇੱਕ ਵੀ ਮਸ਼ਕੂਕ ਆਵਾਜ਼ ਸਾਡੇ ਕੰਨ 'ਚ ਨਹੀਂ ਪਈ ਸੀ। ਖੋਲਣ ਨੇ ਮੇਰੇ ਕੰਨ 'ਚ ਹੌਲੀ ਜਿਹੀ ਆਖਿਆ, ਇਵਾਨ ਆਪਣੀ ਥਾਂ 'ਤੇ ਹੀ ਰਹੇ ਤੇ ਤੂੰ ਬਾਹਰ ਆ ਕੇ ਕਿਸ਼ਤੀ ਨੂੰ ਫੜ ਰੱਖ। ਉਹ ਹਨੇਰੇ 'ਚ ਗਾਇਬ ਹੋ ਗਿਆ। ਸਾਵਧਾਨੀ ਨਾਲ ਮੈਂ ਕੇਪ ਹੇਠੋਂ ਸਰਕ ਕੇ ਬਾਹਰ ਆਇਆ। ਰੇਤਲੇ ਕੰਢੇ ਉੱਤੇ ਪਾਣੀ 'ਚ ਪੈਰ ਰੱਖਿਆ, ਆਪਣੀ ਮਸ਼ੀਨ ਗਨ ਨੂੰ ਰੁਖਸਿਰ ਕੀਤਾ ਤੇ ਕਿਸ਼ਤੀ ਨੂੰ ਪਿਛਲੇ ਪਾਸੇ ਤੋਂ ਫੜ ਲਿਆ। ਮੈਂ ਅਨੁਭਵ ਕੀਤਾ ਕਿ ਮੁੰਡਾ ਮੇਰੇ ਨਾਲ ਹੀ ਕਿਸ਼ਤੀ 'ਚ ਖੜਾ ਹੋ ਗਿਆ ਸੀ। ਬਹਿ ਜਾ, ਮੈਂ ਤੇਰੇ ਉੱਤੇ ਕੇਪ ਪਾ ਦੇਵਾਂਗਾ। ਉਹਦਾ ਹੱਥ ਟੋਹਦਿਆਂ ਮੈਂ ਹੌਲੀ ਜਿਹੀ ਆਖਿਆ। ਹੁਣ ਕੋਈ ਫਰਕ ਨਹੀਂ ਪੈਂਦਾ, ਉਹਨੇ ਧੀਮੀ ਆਵਾਜ਼ 'ਚ ਜਵਾਬ ਦਿੱਤਾ। ਖੋਲਣ ਨੇ ਅਚਾਨਕ ਵਿਖਾਲੀ ਦਿੱਤੀ ਤੇ ਸਾਡੇ ਕੋਲ ਆ ਕੇ ਉਹਨੇ ਖੁਸ਼ੀ ਨਾਲ ਫੁਸਰ-ਫੁਸਰ ਕੀਤਾ। ਸਭ ਕੁਝ ਠੀਕ ਹੈ, ਰਾਹ ਸਾਫ਼ ਹੈ। ਜਾਪਦਾ ਸੀ ਕਿ ਪਾਣੀ ਦੇ ਕੰਢੇ ਦੀਆਂ ਉਹ ਝਾੜੀਆਂ ਜਿੱਥੇ ਅਸੀਂ ਕਿਸ਼ਤੀ ਨੂੰ ਰੱਖ ਕੇ ਜਾਣਾ ਸੀ, ਲਹਿੰਦੇ ਪਾਸੇ ਵੱਲ ਕੋਈ 30 ਕਦਮਾਂ ਦੀ ਵਿੱਥ ਉੱਤੇ ਸਨ। ਕੁਝ ਮਿੰਟਾਂ ਮਗਰੋਂ ਕਿਸ਼ਤੀ ਲੁਕਾ ਦਿੱਤੀ ਗਈ ਤੇ ਅਸੀਂ ਨੀਵੀਂ ਹੋ ਕੇ ਕੰਢੇ ਦੇ ਨਾਲ-ਨਾਲ ਸਰਕਣ ਲੱਗੇ। ਵਿੱਚ ਖਲੋ ਕੇ ਅਸੀਂ ਬਿੜਕਾਂ ਲੈਣ ਲੱਗ ਜਾਂਦੇ ਤੇ ਜਦੋਂ ਲਾਗੇ ਹੀ ਕਿਸੇ ਰਾਕਟ ਦੀ ਲਿਸ਼ਕ ਪੈਂਦੀ ਅਸੀਂ ਪੱਥਰਾਂ ਦੀ ਆੜ ਹੇਠ ਰੇਤ ਉੱਤੇ ਲੰਮੇ ਪੈ ਜਾਂਦੇ, ਇਉਂ ਅਹਿਲ ਜਿਵੇਂ ਕੋਈ ਮੁਰਦਾ ਹੋਵੇ। ਆਪਣੀ ਅੱਖ ਦੇ ਕੋਏ ਵਿੱਚੋਂ ਮੈਂ ਮੁੰਡੇ ਨੂੰ ਵੇਖ ਸਕਦਾ ਸਾਂ। ਮੀਂਹ ਨਾਲ ਉਹਦੇ ਕੱਪੜੇ ਗੰਧਲੇ ਹੋ ਗਏ ਸਨ। ਮੈਂ ਤੇ ਖੋਲਣ ਵਾਪਸ ਆਵਾਂਗੇ ਤੇ ਕੱਪੜੇ ਬਦਲ ਲਵਾਂਗੇ, ਪਰ ਉਹ ਅਚਾਨਕ ਖੋਲਣ ਦੀ ਚਾਲ ਮੱਠੀ ਹੋ ਗਈ ਤੇ ਉਹਨੇ ਮੁੰਡੇ ਨੂੰ ਹੱਥੋਂ ਫੜ ਕੇ ਵਾਪਸ ਪਾਣੀ 'ਚ ਖਿੱਚ ਲਿਆ। ਸਾਡੇ ਸਾਹਮਣੇ ਰੇਤ ਉੱਤੇ ਕਿਹੜੇ ਆਕਾਰ ਲਿਸ਼ਕ ਰਹੇ ਸਨ? ਸਾਡੇ ਜਾਸੂਸਾਂ ਦੀਆਂ ਦੇਹਾਂ। ਮੈਂ ਅੰਦਾਜ਼ਾ ਲਾਇਆ। ਇਹ ਕੀ ਹੈ? ਮੁੰਡੇ ਨੇ ਪੁੱਛਿਆ। ਜਰਮਨ ਸਿਪਾਹੀ।
ਖੋਲਣ ਨੇ ਮੁੰਡੇ ਨਾਲ ਜਲਦੀ ਅੱਗੇ ਵਧਦਿਆਂ ਕਾਹਲੀ 'ਚ ਆਖਿਆ। ਸਾਡੇ ਕੰਢੇ ਤੋਂ ਛਹਿ ਲਾ ਕੇ ਸੈਨਿਕਾਂ ਨੇ ਪਾਰ ਬੁਲਾਏ। ਗੰਦੇ ਕੀੜੇ ਕਮੀਨੇ ਆਪਣੇ ਬੰਦਿਆਂ ਦੇ ਕੱਪੜੇ ਲਾਹ ਲਏ। ਮੁੰਡੇ ਨੇ ਮੋਢੇ ਉੱਪਰੋਂ ਹੀ ਦੀ ਪਿੱਛੇ ਨਜ਼ਰ ਮਾਰਦਿਆਂ ਨਫ਼ਰਤ ਨਾਲ ਹੌਲੀ ਜਿਹੀ ਆਖਿਆ। ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਅਸੀਂ ਆਦਿ ਜੁਗਾਦ ਤੋਂ ਹੀ ਤੁਰਦੇ ਆ ਰਹੇ ਸਾਂ ਤੇ ਅਸੀਂ ਬਹੁਤ ਪਹਿਲੇ ਹੀ ਇੱਥੇ ਪਹੁੰਚ ਗਏ ਸਾਂ। ਪਰ ਮੈਂ ਆਪਣੇ ਆਪ ਨੂੰ ਚੇਤਾ ਕਰਾਇਆ ਕਿ ਇਹ ਥਾਂ ਜਿੱਥੇ ਦੇਹਾਂ ਪਈਆਂ ਹਨ ਉਹਨਾਂ ਝਾੜੀਆਂ ਤੋਂ ਕੋਈ 400 ਗਜ਼ ਦੀ ਦੂਰ ਹੈ ਜਿੱਥੇ ਕਿਸ਼ਤੀ ਲੁਕਾਈ ਗਈ ਸੀ ਤੇ ਅਸੀਂ ਖੱਡ ਤੋਂ ਵੀ ਹਾਲੇ ਇੰਨੇ ਕੁ ਦੂਰ ਸਾਂ। ਛੇਤੀ ਅਸੀਂ ਇੱਕ ਹੋਰ ਲਾਸ਼ ਕੋਲੋਂ ਲੰਘੇ। ਇਹ ਬਹੁਤ ਜ਼ਿਆਦਾ ਗਲ ਸੜ ਗਈ ਹੋਈ ਸੀ ਤੇ ਦੂਰੋਂ ਹੀ ਜੀਅ ਖਰਾਬ ਕਰਨ ਵਾਲੀ ਮੁਸ਼ਕ ਮਾਰਦੀ ਸੀ। ਖੱਬੇ ਕੰਢੇ ਤੋਂ ਚਾਨਣ ਕਰਨ ਵਾਲੀਆਂ ਗੋਲੀਆਂ ਦੀ ਬੁਛਾੜ ਨੇ ਮੀਂਹ ਵਰਾਉਂਦੇ ਅਸਮਾਨ 'ਚ ਚੀਰ ਪਾ ਦਿੱਤਾ। ਹੁਣ ਖੱਡ ਸਾਡੇ ਨੇੜੇ ਹੀ ਸੀ ਪਰ ਅਸੀਂ ਇਹਨੂੰ ਵੇਖ ਨਹੀਂ ਸੀ ਸਕਦੇ। ਇੱਥੇ ਉਹ ਰਾਕਟ ਨਹੀਂ ਸੀ ਚਲਾਉਂਦੇ, ਸ਼ਾਇਦ ਇਸ ਵਾਸਤੇ ਕਿ ਸਾਰਾ ਥੱਲਾ ਹੀ ਵਿਛੀਆਂ ਸੁਰੰਗਾਂ ਨਾਲ ਭਰਿਆ ਹੋਇਆ ਸੀ ਤੇ ਖੱਡ ਦੇ ਮੱਥੇ ਉੱਤੇ ਖੰਦਕਾਂ ਹੀ ਖੰਦਕਾਂ ਸਨ ਤੇ ਸੈਨਿਕ ਗਸ਼ਤ ਕਰਦੇ ਰਹਿੰਦੇ ਸਨ। ਜ਼ਾਹਿਰ ਹੈ ਕਿ ਜਰਮਨਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਇੱਥੇ ਕੋਈ ਵੀ ਕਦਮ ਨਹੀਂ ਰੱਖੇਗਾ। ਇਹ ਖੱਡ ਜਿਹੜਾ ਵੀ ਇੱਥੇ ਪੈਰ ਪਾਵੇ ਉਹਦੇ ਵਾਸਤੇ ਇੱਕ ਵਧੀਆ ਕੜਕੀ ਸੀ। ਸਾਡੀ ਵਿਉਂਤਦਾਦ ਇਹ ਗੱਲ ਸੀ ਕਿ ਮੁੰਡਾ ਕਿਸੇ ਦੀ ਨਜ਼ਰ 'ਚ ਆਏ ਬਗੈਰ ਇੱਥੋਂ ਨਿਕਲ ਜਾਏ। ਅਖੀਰ ਖੋਲੇਨ ਖੜਾ ਹੋ ਗਿਆ ਤੇ ਸਾਨੂੰ ਬਹਿ ਜਾਣ ਦਾ ਇਸ਼ਾਰਾ ਕਰਕੇ ਉਹ ਆਪ ਅੱਗੇ ਚਲਾ ਗਿਆ। ਛੇਤੀ ਉਹ ਵਾਪਸ ਆ ਗਿਆ ਤੇ ਹੌਲੀ ਜੀ ਸਾਨੂੰ ਹੁਕਮ ਦਿੱਤਾ, ਮੇਰੇ ਮਗਰ ਆ ਜਾਓ। ਅਸੀਂ ਕੋਈ 30 ਕੁ ਕਦਮ ਹੋਰ ਅੱਗੇ ਗਏ ਤੇ ਵਧਵੇਂ ਕੰਢੇ ਦੇ ਪਾਰ ਪੈਰਾਂ ਭਾਰ ਬਹਿ ਗਏ। ਖੱਡ ਬਿਲਕੁਲ ਸਾਡੇ ਸਾਹਮਣੇ ਹੈ, ਖੋਲੇਨ ਨੇ ਆਖਿਆ। ਉਹਨੇ ਆਪਣੇ ਨਕਾਬੀ ਚੋਗੇ ਦੀ ਬਾਂਹ ਪਿੱਛੇ ਹਟਾ ਕੇ ਚਮਕਦੇ ਡਾਇਲ ਵਾਲੀ ਆਪਣੀ ਘੜੀ ਉੱਤੇ ਨਜ਼ਰ ਮਾਰੀ ਤੇ ਮੁੰਡੇ ਨੂੰ ਹੌਲੀ ਜਿਹੀ ਆਖਿਆ, ਸਾਡੇ ਕੋਲ 4 ਮਿੰਟ ਹੋਰ ਨੇ। ਕਿਵੇਂ ਮਹਿਸੂਸ ਹੋ ਰਿਹਾ? ਬਿਲਕੁਲ ਠੀਕ। ਕੁਝ ਚਿਰ ਅਸੀਂ ਹਨੇਰੇ 'ਚ ਕੰਨ ਖੜੇ ਕਰਕੇ ਬਿੜਕਾਂ ਲੈਂਦੇ ਬੈਠੇ ਰਹੇ। ਸੜਿਆਂਦ ਤੇ ਸਿੱਲ ਦੀ ਮੁਸ਼ਕ ਸੀ। ਇੱਕ ਲਾਸ਼, ਇਹ ਸਾਡੇ ਸੱਜੇ ਹੱਥ ਕੋਈ 3 ਗਜ਼ ਦੂਰ ਰੇਤ 'ਚ ਨਜ਼ਰ ਆ ਰਹੀ ਸੀ। ਪ੍ਰਤੱਖ ਤੌਰ ਤੇ ਖੋਲੇ ਨੂੰ ਰਾਹ ਵਿਖਾਉਣ ਦਾ ਕੰਮ ਕਰ ਰਹੀ ਸੀ। ਅੱਛਾ ਮੈਂ ਚੱਲਦਾ, ਮੁੰਡੇ ਨੇ ਹੌਲੀ ਜਿਹੀ ਆਖਿਆ। ਮੈਂ ਤੈਨੂੰ ਥੋੜ੍ਹਾ ਜਿਹਾ ਅੱਗੇ ਘਰ ਆਉਣਾ, ਖੋਲੇ ਨੇ ਅਚਾਨਕ ਫੁਸਰ ਕੀਤਾ। ਖੱਡ ਵਿੱਚੋਂ ਦੀ ਬਹੁਤ ਦੂਰ ਤੱਕ ਨਹੀਂ। ਇਹ ਗੱਲ ਵਿਉਂਤ 'ਚ ਸ਼ਾਮਲ ਨਹੀਂ ਸੀ। ਨਹੀਂ, ਮੁੰਡੇ ਨੇ ਆਖਿਆ, ਮੈਂ ਇਕੱਲਾ ਜਾਵਾਂਗਾ, ਤੂੰ ਵੱਡਾ ਹੈ, ਪਤਾ ਲੱਗ ਜਾਏਗਾ। ਤੇ ਜੇ ਮੈਂ ਅਗਾਂਹ ਕਰ ਆਵਾਂ? ਮੈਂ ਕੱਚੇ ਪੱਕੇ ਮਨ ਨਾਲ ਕਿਹਾ। ਘੱਟੋ ਘੱਟ ਖੱਡ ਤੱਕ ਤਾਂ ਛੱਡ ਆਵਾਂ। ਖੋਲੇ ਨੇ ਤਕਰੀਬਨ ਤਰਲਾ ਹੀ ਲਿਆ ਸੀ। ਚੀਕਣੀ ਥਾਂ ਹੈ, ਪੈੜਾਂ ਰਹਿ ਜਾਣਗੀਆਂ ਤੇਰੀਆਂ, ਮੈਂ ਚੁੱਕ ਕੇ ਲੈ ਚੱਲਦਾ। ਮੈਂ ਆਖਿਆ ਜੋ ਹੈ, ਮੁੰਡੇ ਨੇ ਸਿਰੜ ਤੇ ਗੁੱਸੇ ਨਾਲ ਆਖਿਆ, ਮੈਂ ਇਕੱਲਾ ਹੀ ਜਾਵਾਂਗਾ। ਉਹ ਮੇਰੇ ਇੱਕ ਪਾਸੇ ਖੜਾ ਹੋ ਗਿਆ। ਲਿੱਸੀ ਜਿਹੀ ਦਰਦਨਾਕ ਸੂਰਤ। ਮੈਨੂੰ ਜਾਪਿਆ ਜਿਵੇਂ ਉਹਦੇ ਖੁੱਥੜ ਜਿਹੇ ਪੁਰਾਣੇ ਕੱਪੜਿਆਂ ਵਿੱਚ ਉਹਦਾ ਲੂੰ ਕੰਬ ਰਿਹਾ ਸੀ, ਜਾਂ ਹੋ ਸਕਦਾ ਮੇਰੀ ਕਲਪਨਾ ਹੀ ਹੋਵੇ। ਚੰਗਾ, ਫੇਰ ਮਿਲਾਂਗੇ। ਇੱਕ ਪਲ ਚੁੱਪ ਰਹਿ ਕੇ ਉਹਨੇ ਖੋਲੇ ਨੂੰ ਆਖਿਆ, ਫੇਰ ਮਿਲਾਂਗੇ। ਮੈਂ ਮਹਿਸੂਸ ਕੀਤਾ ਕਿ ਉਹਨਾਂ ਨੇ ਗਲਵੱਕੜੀ ਪਾਈ ਸੀ ਤੇ ਖੋਲੇ ਨੇ ਉਹਨੂੰ ਚੁੰਮਿਆ ਸੀ। ਜੋ ਕੁਝ ਵੀ ਕਰੇ ਧਿਆਨ ਨਾਲ ਕਰੀ, ਆਪਣਾ ਧਿਆਨ ਰੱਖੀ। ਫਿਓਦੋਰੋਵਕਾ ਵਿੱਚ ਸਾਨੂੰ ਉਡੀਕੀ। ਚੰਗਾ, ਫੇਰ ਮਿਲਾਂਗੇ। ਇਸ ਵਾਰ ਮੁੰਡੇ ਨੇ ਮੈਨੂੰ ਸੰਬੋਧਨ ਕੀਤਾ, ਫੇਰ ਮਿਲਾਂਗੇ। ਮੈਂ ਹਨੇਰੇ 'ਚ ਮੁੰਡੇ ਦਾ ਪਤਲਾ ਜਿਹਾ ਹੱਥ ਟਟੋਲਦਿਆਂ ਤੇ ਜ਼ੋਰ ਨਾਲ ਘੁੱਟਦਿਆਂ ਗਹਿਰੇ ਜਜ਼ਬਾਤ ਨਾਲ ਹੌਲੀ ਜਿਹੀ ਕਿਹਾ। ਮੈਂ ਉਹਨੂੰ ਚੁੰਮਣਾ ਚਾਹੁੰਦਾ ਸਾਂ ਪਰ ਇੱਕ ਪਲ ਲਈ ਝਿਜਕ ਗਿਆ। ਮੇਰੇ ਅੰਦਰ ਸਖਤ ਹਲਚਲ ਮਚੀ ਹੋਈ ਸੀ ਤੇ ਮੈਂ ਕੋਈ ਦਰਜਨ ਕੁ ਵਾਰ ਇਹ ਲਫ਼ਜ਼ ਦੁਹਰਾਏ, ਫੇਰ ਮਿਲਾਂਗੇ, ਕਿਉਂਕਿ ਮੈਂ ਇਹ ਨਹੀਂ ਸੀ ਮੂੰਹ 'ਚੋਂ ਨਿਕਲਣ ਦੇਣਾ ਚਾਹੁੰਦਾ ਜਿਵੇਂ 6 ਦਿਨ ਪਹਿਲਾਂ ਹੋਇਆ ਸੀ। ਅਲਵਿਦਾ। ਇਹ ਤੋਂ ਪਹਿਲਾਂ ਕਿ ਮੈਂ ਉਹਨੂੰ ਚੁੰਮਣ ਲਈ ਆਪਣਾ ਮਨ ਬਣਾ ਸਕਦਾ, ਚੁੱਪਚਾਪ ਹਨੇਰੇ ਵਿੱਚ ਗਾਇਬ ਹੋ ਗਿਆ। ਅੰਗ 7ਵਾਂ। ਖੋਲਨ ਤੇ ਮੈਂ ਕੰਢੇ ਦੇ ਨਾਲ ਦੁਬਕ ਗਏ, ਜਿਹਦਾ ਵਧਵਾਂ ਹਿੱਸਾ ਸਾਡੇ ਸਿਰਾਂ ਦੇ ਉੱਪਰ ਸੀ ਤੇ ਕੰਨ ਲਾ ਕੇ ਬਿੜਕਾਂ ਲੈਣ ਲੱਗੇ। ਇੱਕ ਸਾਰ ਕਿਣਮਿਣ ਜਾਰੀ ਸੀ। ਸੀਤ ਪਤਝੜ ਦੀ ਕਿਣਮਿਣ ਜੋ ਲੱਗਦਾ ਸੀ ਕਦੇ ਬੰਦ ਹੀ ਨਹੀਂ ਹੋਏਗੀ। ਪਾਣੀ ਵੱਲੋਂ ਕੰਬਣੀਆਂ ਛੇੜਦੀ ਸਿੱਲ ਆ ਰਹੀ ਸੀ। ਮੁੰਡੇ ਦੇ ਚਲੇ ਜਾਣ ਮਗਰੋਂ 4 ਮਿੰਟ ਲੰਘ ਗਏ ਸਨ ਤੇ ਜਿਸ ਪਾਸੇ ਵੱਲ ਮੁੰਡਾ ਗਿਆ ਸੀ ਉੱਧਰੋਂ ਸਾਨੂੰ ਕਦਮਾਂ ਦੀ ਆਵਾਜ਼ ਆਈ ਤੇ ਕੰਠਵੀਂ ਆਵਾਜ਼ ਵਿੱਚ ਨੱਪੀ ਕੁੱਟੀ ਗੱਲਬਾਤ ਸੁਣਾਈ ਦਿੱਤੀ। ਜਰਮਨ। ਖੋਲਨ ਨੇ ਮੇਰਾ ਮੋਢਾ ਘੁੱਟਿਆ ਪਰ ਚੇਤਾਵਨੀ ਬੇਲੋੜੀ ਸੀ। ਮੈਂ ਉਹਦੇ ਨਾਲੋਂ ਵੀ ਪਹਿਲਾਂ ਆਵਾਜ਼ ਸੁਣ ਲਈ ਸੀ ਤੇ ਆਪਣੀ ਟੌਮੀ ਗਨ ਦਾ ਸੇਫਟੀ ਕੈਚ ਖੋਲ੍ਹਿਆ ਸੀ। ਇੱਕ ਗਰਨੇਡ ਆਪਣੇ ਹੱਥ ਫੜੀ ਮੈਂ ਚੁੱਪ ਪੱਥਰ ਬਣਿਆ ਖੜਾ ਸਾਂ। ਕਦਮਾਂ ਦੀ ਆਵਾਜ਼ ਨੇੜੇ ਆਉਂਦੀ ਗਈ। ਕਈ ਬੰਦਿਆਂ ਦੇ ਪੈਰਾਂ ਹੇਠ ਚਿੱਕੜ ਦੇ ਖਲਚ ਕਰਨ ਦੀ ਆਵਾਜ਼ ਸੁਣਨ ਲੱਗ ਪਈ। ਮੇਰਾ ਮੂੰਹ ਸੁੱਕ ਗਿਆ ਤੇ ਮੇਰਾ ਦਿਲ ਜ਼ੋਰ ਨਾਲ ਧੱਕ ਧੱਕ ਕਰਨ ਲੱਗਾ।
Verfulets weiter hochel as der Teufel halte mal Otto links halten। ਜਰਮਨ 'ਚ ਗੱਲਾਂ ਕਰਦੇ ਹੋਏ ਇੰਨੇ ਨੇੜਿਓਂ ਸਾਡੇ ਕੋਲ ਦੀ ਲੰਘੇ ਕਿ ਠੰਡੇ ਚਿੱਕੜ ਦੇ ਛਿੱਟੇ ਮੇਰੇ ਚਿਹਰੇ 'ਤੇ ਪੈ ਗਏ। ਪਲ ਕੁ ਮਗਰੋਂ ਇੱਕ ਰਾਕਟ ਦੇ ਚਾਨਣ 'ਚ ਅਸੀਂ ਬਾਰਿਸ਼ ਦੇ ਧੁੰਦਲਕੇ ਵਿੱਚ ਉਹਨਾਂ ਦੀਆਂ ਸ਼ਕਲਾਂ ਪਛਾਣ ਸਕਦੇ ਸਾਂ। ਉੱਚੇ, ਲੰਮੇ, ਉੱਪਰ ਵੇਖਦਿਆਂ ਮੈਨੂੰ ਉਹ ਇਸ ਤਰ੍ਹਾਂ ਜਾਪੇ ਸਨ। ਸੁਖਦਾਈ ਟੋਪੀਆਂ ਦੇ ਉੱਪਰ ਲੋਹ ਟੋਪ ਤੇ ਉਸੇ ਤਰ੍ਹਾਂ ਦੀ ਖੁਰੀਆਂ ਵਾਲੇ ਭਾਰੇ ਬੂਟ। ਉਹਨਾਂ ਨੇ ਜੋ ਜਰਮਨ 'ਚ ਬੋਲਿਆ ਸੀ ਉਹਦਾ ਭਾਵ ਸੀ, ਲਾਹਨਤੀ ਮੌਸਮ ਕਿੰਨਾ ਭੈੜਾ। ਜ਼ਬਾਨ ਬੰਦ ਰੱਖ ਓਏ ਓਟੋ, ਖੱਬੇ ਪਾਸੇ ਰਹਿ। ਜਿਸ ਤਰ੍ਹਾਂ ਦੇ ਮੈਂ ਤੇ ਖੋਲਨ ਨੇ ਪਾਏ ਹੋਏ ਸਨ, 3 ਜਣਿਆਂ ਨੇ ਭਾਰੀ ਤਰਪਾਲਾਂ ਉੱਤੇ ਲਈਆਂ ਸਨ। ਚੌਥੇ ਨੇ ਲੰਮੀ ਬਰਸਾਤੀ ਪਾਈ ਸੀ ਜਿਹੜੀ ਮੀਂਹ ਨਾਲ ਡਲਕਾਂ ਮਾਰ ਰਹੀ ਸੀ। ਬਰਸਾਤੀ ਉੱਤੇ ਲੱਕ ਦੁਆਲੇ ਪੇਟੀ ਬੰਨੀ ਹੋਈ ਸੀ ਜਿਸ 'ਚ ਹੋਲਸਟਰ ਪਿਸਤੌਲ ਅੜੁੰਗਿਆ ਹੋਇਆ ਸੀ। ਉਹਨਾਂ ਦੇ ਮੋਢਿਆਂ ਉੱਤੇ ਟੌਮੀ ਗੰਨਾਂ ਲਟਕ ਰਹੀਆਂ ਸਨ। ਇਹ 4 ਬੰਦੇ ਸਨ ਸ਼ੁਟਜ਼ ਸਟਾਫ, ਮਤਲਬ ਨਾਜ਼ੀਆਂ ਦੀ ਵਿਸ਼ੇਸ਼ ਫੌਜੀ ਪੁਲਿਸ। ਰੈਜੀਮੈਂਟ ਦੀ ਰੱਖਿਆ ਚੌਂਕੀ ਦੀ ਗਸ਼ਤੀ ਟੁਕੜੀ, ਜਰਮਨ ਫੌਜ ਦੀ ਲੜਾਕੂ ਗਸ਼ਤੀ ਟੁਕੜੀ ਜਿਹਦੇ ਅੱਗੋਂ ਦੀ ਕੁਝ ਚਿਰ ਪਹਿਲਾਂ ਹੀ ਗੋਮੇਲ ਦਾ 12 ਵਰ੍ਹਿਆਂ ਦਾ ਮੁੰਡਾ ਇਵਾਨ ਬੂਸਲੋਵ ਖਿਸਕ ਕੇ ਲੰਘਿਆ ਸੀ, ਜਿਹਦਾ ਨਾਂ ਸਾਡੀਆਂ ਖੁਫੀਆ ਮਹਿਕਮੇ ਦੀਆਂ ਫਾਈਲਾਂ ਵਿੱਚ ਬੋਂਦਾਰੇਵ ਲਿਖਿਆ ਹੋਇਆ ਸੀ। ਜਦੋਂ ਰਾਕਟ ਦੇ ਜਗਦੇ ਬੁਝਦੇ ਚਾਨਣ 'ਚੋਂ ਸਾਡੀ ਨਜ਼ਰ ਪਏ ਸਨ, ਉਦੋਂ ਸਾਡੇ ਤੋਂ 10 ਕਦਮਾਂ ਦੀ ਵਿੱਥ ਅੰਦਰ ਪਾਣੀ ਦੇ ਕੰਢੇ ਵੱਲ ਉਤਰਨ ਵਾਲੇ ਸਨ। ਹਨੇਰੇ 'ਚ ਅਸੀਂ ਆਵਾਜ਼ ਸੁਣੀ ਸੀ ਕਿਵੇਂ ਉਹਨਾਂ ਨੇ ਰੇਤ ਉੱਤੇ ਛਾਲਾਂ ਮਾਰੀਆਂ ਸਨ ਤੇ ਫਿਰ ਉਹਨਾਂ ਝਾੜੀਆਂ ਵੱਲ ਵੱਧ ਗਏ ਸਨ ਜਿੱਥੇ ਅਸੀਂ ਕਿਸ਼ਤੀ ਲੁਕਾਈ ਹੋਈ ਸੀ। ਮੈਨੂੰ ਖੋਲਨ ਨਾਲੋਂ ਬਹੁਤੀ ਔਖ ਮਹਿਸੂਸ ਹੋ ਰਹੀ ਸੀ। ਮੈਂ ਜਸੂਸ ਨਹੀਂ ਸਾਂ ਤੇ ਜੰਗ ਦੇ ਪਹਿਲੇ ਮਹੀਨਿਆਂ ਤੋਂ ਹੀ ਲੜ ਰਿਹਾ ਸਾਂ। ਦੁਸ਼ਮਣ ਨੂੰ ਗੰਨ ਵਾਲੇ ਜਿਉਂਦੇ ਜਾਗਦੇ ਦੁਸ਼ਮਣ ਨੂੰ ਵੇਖ ਕੇ ਮੇਰੇ ਅੰਦਰ ਗੋਲੀ ਚਲਾਉਣ ਵਾਲੇ ਸੈਨਿਕ ਦਾ ਜੋਸ਼ ਜਾਗ ਪਿਆ ਸੀ, ਜਿਹੜਾ ਪਹਿਲਾਂ ਵੀ ਅਕਸਰ ਜਾਗ ਪਿਆ ਕਰਦਾ ਸੀ। ਮੇਰੀ ਪਹਿਲੀ ਉਮੰਗ, ਪਹਿਲੀ ਤਾਂਘ, ਮੇਰੀ ਪਹਿਲੀ ਅਮੋੜ ਖਾਹਿਸ਼ ਇਹ ਸੀ ਕਿ ਇਸ ਦੁਸ਼ਮਣ ਨੂੰ ਥਾਂ 'ਤੇ ਹੀ ਮਾਰ ਦੇਵਾਂ। ਮੈਂ ਇਹਨਾਂ ਨੂੰ ਮਾਰ ਦੇਵਾਂਗਾ। ਮੈਂ ਆਪਣੀ ਗੰਨ ਦੀ ਇੱਕੋ ਬਾੜ ਨਾਲ ਸਾਰਿਆਂ ਨੂੰ ਢੇਰੀ ਕਰ ਦੇਵਾਂਗਾ। ਜਦੋਂ ਮੈਂ ਆਪਣੀ ਗੰਨ ਨੂੰ ਹੱਥ ਪਾ ਲਿਆ ਸੀ, ਉਦੋਂ ਮੈਂ ਇਸ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਸੋਚ ਰਿਹਾ ਹੋਵਾਂਗਾ। ਪਰ ਖੋਲਨ ਮੇਰੇ ਬਾਰੇ ਸੋਚ ਰਿਹਾ ਸੀ। ਹਨੇਰੇ 'ਚ ਮੇਰੀ ਹਰਕਤ ਨੂੰ ਭਾਂਪ ਕੇ ਉਹਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਸੀ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਆਪਣੀ ਟੌਮੀ ਗਨ ਹੇਠਾਂ ਕਰ ਲਈ। ਇਹਨਾਂ ਨੂੰ ਕਿਸ਼ਤੀ ਦਾ ਪਤਾ ਲੱਗ ਜਾਣਾ ਹੈ, ਉਹਨਾਂ ਦੀ ਪੈਰ ਚਾਲ ਦੂਰ ਹੋ ਜਾਣ ਤੇ ਮੈਂ ਆਪਣੀ ਬਾਂਹ ਮਲਦਿਆਂ ਹੌਲੀ ਜਿਹੀ ਆਖਿਆ। ਖੋਲਨ ਚੁੱਪ ਰਿਹਾ। ਸਾਨੂੰ ਕੁਝ ਕਰਨਾ ਚਾਹੀਦਾ ਹੈ। ਥੋੜ੍ਹਾ ਚਿਰ ਚੁੱਪ ਰਹਿਣ ਮਗਰੋਂ ਮੈਂ ਫੇਰ ਤੌਖਲੇ ਨਾਲ ਆਖਿਆ, ਜੇ ਉਹਨਾਂ ਨੂੰ ਕਿਸ਼ਤੀ ਦਾ ਪਤਾ ਲੱਗ ਗਿਆ? ਜੀ। ਤੈਸ਼ 'ਚ ਆ ਗਏ ਖੋਲਨ ਤੇ ਸਾਹ ਦੀ ਹਵਾੜ ਮੈਨੂੰ ਆਪਣੇ ਚਿਹਰੇ 'ਤੇ ਮਹਿਸੂਸ ਹੋਈ। ਮੈਨੂੰ ਲੱਗਾ ਕਿ ਮੇਰਾ ਗਲ ਘੁੱਟ ਦੇਵੇਗਾ। ਤੇ ਜੇ ਉਹਨਾਂ ਮੁੰਡੇ ਨੂੰ ਫੜ ਲਿਆ? ਕੀ ਖਿਆਲ ਹੈ, ਅਸੀਂ ਉਹਨੂੰ ਬਿਪਤਾ 'ਚ ਛੱਡ ਜਾਵਾਂਗੇ? ਤੂੰ ਕੀ ਹੈ, ਉਹ ਜੱਡ, ਸੂਰ ਜਾਂ ਪਾਗਲ? ਪਾਗਲ। ਥੋੜ੍ਹਾ ਚਿਰ ਚੁੱਪ ਰਹਿਣ ਬਾਅਦ ਮੈਂ ਹੌਲੀ ਜਿਹੀ ਕਿਹਾ, ਮਾਨਸਿਕ ਰੋਗੀ। ਖੋਲਨ ਨੇ ਕੁਝ ਸੋਚੀ ਪੈ ਕੇ ਕਿਹਾ, ਜੰਗ ਖਤਮ ਹੋ ਜਾਏ ਤਾਂ ਇਲਾਜ ਕਰਵਾ। ਮੈਂ ਕੰਨ ਲਾ ਕੇ ਬਿੜਕਾਂ ਲੈ ਰਿਹਾ ਸੀ। ਹਰ ਪਲ ਮੈਨੂੰ ਇਹ ਆਸ ਸੀ ਕਿ ਜਰਮਨ ਕਿਸ਼ਤੀ ਲੱਭ ਪੈਣ ਉੱਤੇ ਚੀਕ ਚਿਹਾੜਾ ਪਾਉਣਗੇ ਤੇ ਸਾਡੇ ਖੱਬੇ ਪਾਸੇ ਮਸ਼ੀਨ ਗਨ ਦੀ ਤੜ-ਤੜ ਹੋਈ। ਇਹ ਤੋਂ ਬਾਅਦ ਇੱਕ ਹੋਰ ਦੀਆਂ ਗੋਲੀਆਂ ਸਿੱਧੀਆਂ ਸਾਡੇ ਸਿਰ ਉੱਤੋਂ ਲੰਘੀਆਂ। ਬਾਅਦ ਦੀ ਖਾਮੋਸ਼ੀ 'ਚ ਅਸੀਂ ਮੀਂਹ ਦੀ ਇਕਸਾਰ ਟਿਪ-ਟਿਪ ਸੁਣ ਰਹੇ ਸਾਂ। ਕੰਢੇ ਦੇ ਨਾਲ-ਨਾਲ ਪੂਰੀ ਕਤਾਰ 'ਚ ਥੋੜ੍ਹੇ ਚਿਰ ਬਾਅਦ ਕਦੇ ਕਿਤੋਂ ਰਾਕਟ ਹਨੇਰੇ ਨੂੰ ਚੀਰ ਜਾਂਦੇ, ਜ਼ਮੀਨ ਉੱਤੇ ਡਿੱਗਣ ਤੋਂ ਪਹਿਲਾਂ ਮੱਚਦੇ ਸ਼ੂੰ ਕਰਦੇ ਬੁੱਝ ਜਾਂਦੇ। ਪਤਾ ਨਹੀਂ ਕਿਉਂ ਮੈਂ ਗਲੀਆਂ ਸੜੀਆਂ ਲਾਸ਼ਾਂ ਦੀ ਜੀ ਕੱਚਾ ਕਰਨ ਵਾਲੀ ਮੁਸ਼ਕ ਵਿੱਚੋਂ ਸਾਹ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ। ਮੈਨੂੰ ਸਿਗਰਟ ਦੀ ਸਖਤ ਤਲਬ ਹੋ ਰਹੀ ਸੀ। ਆਪਣੀ ਜ਼ਿੰਦਗੀ 'ਚ ਕਦੇ ਵੀ ਮੈਂ ਸਿਗਰਟ ਪੀਣ ਲਈ ਇੰਨਾ ਨਹੀਂ ਸੀ ਸਧਰਾਇਆ, ਪਰ ਮੈਂ ਸਿਰਫ ਇੰਨਾ ਹੀ ਕਰ ਸਕਿਆ ਕਿ ਇੱਕ ਸਿਗਰਟ ਕੱਢੀ, ਇਹਨੂੰ ਆਪਣੀਆਂ ਉਂਗਲਾਂ 'ਚ ਮਸਲ ਕੇ ਸੁੰਘਿਆ। ਛੇਤੀ ਅਸੀਂ ਭਿੱਜ ਕੇ ਗੁੜੁੱਚ ਹੋ ਗਏ ਤੇ ਪਾਲੇ ਨਾਲ ਕੰਬਣ ਲੱਗ ਪਏ, ਪਰ ਮੀਂਹ ਇੱਕ ਪਲ ਵੀ ਨਹੀਂ ਬੰਦ ਹੋਇਆ। ਖੱਡ ਵਿੱਚ ਜ਼ਮੀਨ ਚਿਪਕਵੀਂ ਹੈ ਮਨਹੂਸ। ਖੋਲਨ ਨੇ ਅਚਾਨਕ ਘੁਸਰ-ਮੁਸਰ ਕੀਤਾ। ਚੰਗਾ ਮੀਂਹ ਪੈ ਜਾਏ ਤਾਂ ਪੈੜਾਂ ਮਿਟ ਜਾਣਗੀਆਂ। ਆਪਣੇ ਖਿਆਲਾਂ 'ਚੋਂ ਹਰ ਵੇਲੇ ਮੁੰਡੇ ਦੇ ਨਾਲ ਸੀ ਤੇ ਖੱਡ ਦੀ ਚੀਕਣੀ ਮਿੱਟੀ ਨੇ ਜਿਸ ਵਿੱਚ ਪੈੜਾਂ ਦਾ ਨਿਸ਼ਾਨ ਰਹਿ ਸਕਦਾ ਸੀ, ਉਹਨੂੰ ਚਿੰਤਾ ਲਾਈ ਹੋਈ ਸੀ। ਮੈਂ ਮਹਿਸੂਸ ਕੀਤਾ ਕਿ ਜੇ ਜਰਮਨਾਂ ਨੇ ਦਰਿਆ ਦੇ ਕੰਢੇ ਤੋਂ ਆਪਣੇ ਅਗਲੇ ਮੋਰਚਿਆਂ ਵੱਲ ਜਾਂਦੇ ਸੱਜਰੇ
ਤੇ ਖਾਸ ਤੌਰ ਤੇ ਛੋਟੇ ਪੈਰਾਂ ਦੇ ਨਿਸ਼ਾਨ ਵੇਖ ਲਏ ਤਾਂ ਜ਼ਰੂਰ ਇਵਾਨ ਨੂੰ ਲੱਭ ਲੈਣਗੇ। ਹੋ ਸਕਦਾ ਕੁੱਤਿਆਂ ਦੀ ਮਦਦ ਨਾਲ। ਸ਼ੂਟਸ ਸਟਾਫ ਰੈਜੀਮੈਂਟਾਂ ਕੋਲ ਐਸੇ ਕੁੱਤੇ ਹੁੰਦੇ ਹਨ ਜਿਨ੍ਹਾਂ ਨੂੰ ਬੰਦੇ ਲੱਭਣ ਦੀ ਖਾਸ ਸਿਖਲਾਈ ਦਿੱਤੀ ਹੁੰਦੀ ਹੈ। ਹੁਣ ਮੈਂ ਸਿਗਰਟ ਨੂੰ ਚੱਬ ਰਿਹਾ ਸਾਂ। ਲੱਗਦੀ ਤਾਂ ਬੇਸਵਾਦੀ ਸੀ ਪਰ ਚੱਬਦਾ ਗਿਆ। ਖੋਲਨ ਨੇ ਸੁਣ ਲਿਆ ਹੋਏਗਾ ਕਿਉਂਕਿ ਉਹਨੇ ਪੁੱਛਿਆ ਸੀ ਕੀ ਕਰਦਾ। ਸਿਗਰਟ ਪੀਣ ਨੂੰ ਜੀ ਕਰਦਾ, ਮੈਂ ਹੌਕਾ ਲਿਆ। ਮਾਂ ਨੂੰ ਮਿਲਣ ਨੂੰ ਜੀ ਨਹੀਂ ਕਰਦਾ? ਖੋਲਨ ਨੇ ਟਕੋਰ ਕਰਦਿਆਂ ਆਖਿਆ, ਮੇਰਾ ਤਾਂ ਮਾਂ ਕੋਲ ਜਾਣ ਨੂੰ ਜੀ ਕਰਦਾ। ਮਾੜੀ ਗੱਲ ਤਾਂ ਨਹੀਂ ਹੈ। ਅਸੀਂ ਕੋਈ 20 ਮਿੰਟ ਹੋਰ ਇੰਤਜ਼ਾਰ ਕੀਤਾ। ਪਾਲਾ ਲੱਗ ਰਿਹਾ ਸੀ, ਭਿੱਜੇ ਹੋਏ ਸਾਂ, ਕੰਬ ਰਹੇ ਸਾਂ। ਮੇਰੀ ਕਮੀਜ਼ ਇਸ ਤਰ੍ਹਾਂ ਸੀ ਜਿਵੇਂ ਪਿੱਠ ਉੱਤੇ ਕਿਸੇ ਬਰਫ਼ ਦਾ ਲੇਪ ਕਰ ਦਿੱਤਾ ਹੋਵੇ। ਹੌਲੀ ਹੌਲੀ ਬਾਰਿਸ਼ ਦੀ ਥਾਂ ਬਰਫ਼ ਪੈਣ ਲੱਗ ਪਈ ਤੇ ਬਰਫ਼ ਦੇ ਕੂਲੇ ਕੂਲੇ ਗੋੜੇ ਜਿਹੜੇ ਰੇਤ ਉੱਤੇ ਤੁਰੰਤ ਹੀ ਨਹੀਂ ਪੰਘਰਦੇ ਸਨ, ਚਿੱਟੀ ਚਾਦਰ ਬਣ ਕੇ ਵਿਛ ਗਏ। ਖੈਰ, ਜਾਪਦਾ ਹੈ ਕਿ ਉਹ ਚਲਾ ਗਿਆ। ਖੋਲਨ ਨੇ ਜਿਵੇਂ ਸੁੱਖ ਦਾ ਸਾਹ ਲੈਂਦਿਆਂ ਆਖਿਆ ਤੇ ਖੜਾ ਹੋ ਗਿਆ। ਨੀਵੇਂ ਨੀਵੇਂ ਹੋ ਕੇ ਤੇ ਵਧਾਵੇਂ ਕੰਢੇ ਦੇ ਨੇੜੇ ਨੇੜੇ ਰਹਿੰਦੇ ਅਸੀਂ ਕਿਸ਼ਤੀ ਵੱਲ ਤੁਰ ਪਏ। ਅਸੀਂ ਬਿੜਕ ਲੈਣ ਲਈ ਵਿੱਚ ਵਿੱਚ ਖੜੇ ਹੋ ਜਾਂਦੇ ਸਾਂ। ਮੈਨੂੰ ਲਗਭਗ ਯਕੀਨ ਹੋ ਗਿਆ ਸੀ ਕਿ ਜਰਮਨਾਂ ਨੇ ਕਿਸ਼ਤੀ ਵੇਖ ਲਈ ਹੈ ਤੇ ਝਾੜੀਆਂ 'ਚ ਸ਼ਹਿ ਲਾ ਕੇ ਬੈਠੀ ਹੈ। ਪਰ ਖੋਲਨ ਨੂੰ ਇਹ ਗੱਲ ਆਖਣ ਦਾ ਮੇਰਾ ਹੌਸਲਾ ਨਹੀਂ ਸੀ ਪੈਂਦਾ। ਮੈਂ ਡਰਦਾ ਸੀ ਕਿ ਮੇਰਾ ਮਖੌਲ ਉਡਾਏਗਾ। ਅਸੀਂ ਹਨੇਰੇ 'ਚ ਕੰਢੇ ਦੇ ਨਾਲ ਨਾਲ ਸਰਕਦੇ ਗਏ ਤੇ ਅਖੀਰ ਆਪਣੇ ਜਸੂਸਾਂ ਦੀਆਂ ਦੇਹਾਂ ਨਾਲ ਜਾ ਟਕਰਾਏ। ਅਸੀਂ ਉਹਨਾਂ ਤੋਂ 5 ਕਦਮ ਤੋਂ ਵੱਧ ਅੱਗੇ ਨਹੀਂ ਹੋਵਾਂਗੇ ਕਿ ਖੋਲਨ ਖਲੋ ਗਿਆ ਤੇ ਮੇਰੀ ਕਮੀਜ਼ ਦੀ ਬਾਂਹ ਤੋਂ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਕੇ ਉਹਨੇ ਮੇਰੇ ਕੰਨ 'ਚ ਘੁਸਰ-ਮੁਸਰ ਕੀਤਾ। ਤੂੰ ਇੱਥੇ ਠਹਿਰ, ਮੈਂ ਜਾ ਕੇ ਕਿਸ਼ਤੀ ਲਿਆਉਣਾ। ਸਾਨੂੰ ਦੋਹਾਂ ਨੂੰ ਖਤਰੇ 'ਚ ਪੈਣ ਦੀ ਲੋੜ ਨਹੀਂ। ਜਦੋਂ ਵਾਪਸ ਆਉਂਦੇ ਦੀ ਮੇਰੀ ਆਵਾਜ਼ ਸੁਣੇ ਤਾਂ ਜਰਮਨ 'ਚ ਬੁਲਾਵੀਂ ਮੈਨੂੰ, ਪਰ ਹੌਲੀ ਹੌਲੀ। ਜੇ ਮੈਂ ਬਿਪਤਾ 'ਚ ਫਸ ਗਿਆ ਤਾਂ ਹੱਲਾ ਗੁੱਲਾ ਹੋਏਗਾ। ਸੋ ਤਰ ਕੇ ਪਾਰ ਚਲਾ ਜਾਈਂ ਤੇ ਜੇ ਮੈਂ 1 ਘੰਟੇ 'ਚ ਵਾਪਸ ਨਾ ਆਵਾਂ ਤਾਂ ਵੀ ਤਰ ਕੇ ਪਾਰ ਚਲਾ ਜਾਈਂ। ਤੂੰ 5 ਵਾਰੀ ਆਰ ਪਾਰ ਤਰ ਸਕਦਾ ਹੈ ਨਾ? ਉਹਨੇ ਮਜ਼ਾਕ ਨਾਲ ਕਿਹਾ। ਹਾਂ, ਮੈਂ ਆਰ ਪਾਰ ਤਰ ਸਕਦਾ, ਮੈਂ ਕੰਬਦੀ ਆਵਾਜ਼ 'ਚ ਪੁਸ਼ਟੀ ਕੀਤੀ। ਪਰ ਜੇ ਤੂੰ ਫੱਟੜ ਹੋ ਗਿਆ? ਪਰਵਾਹ ਨਾ ਕਰ, ਟਰ ਵਾਧੂ ਦੀ। ਕਿਸ਼ਤੀ ਵੱਲ ਕੰਢੇ ਤੋਂ ਜਾਣ ਦੀ ਥਾਂ ਦਰਿਆ 'ਚੋਂ ਤਰ ਕੇ ਜਾਣਾ ਬਿਹਤਰ ਹੋਏਗਾ, ਮੈਂ ਬੇਯਕੀਨੀ ਜਿਹੀ ਨਾਲ ਆਖਿਆ। ਇਹ ਕੰਮ ਮੈਂ ਕਰਦਾ। ਹੋ ਸਕਦਾ ਹੈ ਮੈਂ ਵੀ ਇਸ ਤਰ੍ਹਾਂ ਕਰਾਂ। ਕੁਝ ਵੀ ਹੈ, ਤੂੰ ਇਸ ਕੰਮ ਵਿੱਚ ਲੱਤਾਂ ਨਾ ਅੜਾ। ਜੇ ਤੈਨੂੰ ਕੁਝ ਹੋ ਗਿਆ ਤਾਂ ਸਾਡੀ ਸ਼ਾਮਤ ਆ ਜਾਏਗੀ, ਸਮਝ ਗਿਆ? ਹਾਂ, ਪਰ ਜੇ ਇਸ ਬਾਰੇ ਕੋਈ ਜੇ ਨਹੀਂ। ਤੂੰ ਚੰਗਾ ਬੰਦਾ ਹੈ, ਗਲਤ ਸੇਵ। ਉਹਨੇ ਅਚਾਨਕ ਫੁਸਰ ਕੀਤੀ। ਪਰ ਤੂੰ ਮਾਨਸਿਕ ਰੋਗੀ ਹੈ ਤੇ ਸਾਡੇ ਕੰਮ 'ਚ ਇਹ ਬੜੀ ਖੌਫਨਾਕ ਗੱਲ ਹੈ। ਉਹ ਹਨੇਰੇ 'ਚ ਗਾਇਬ ਹੋ ਗਿਆ ਤੇ ਮੈਂ ਉਡੀਕ ਕਰਨ ਲੱਗਾ। ਪਤਾ ਨਹੀਂ ਕਿੰਨਾ ਕੁ ਚਿਰ ਮੈਂ ਉਡੀਕਦਾ ਰਿਹਾ। ਜਾਪਦਾ ਸੀ ਆਦਿ ਕਾਲ ਤੋਂ ਉਡੀਕ ਰਿਹਾ। ਮੇਰਾ ਲਹੂ ਜੰਮਦਾ ਜਾ ਰਿਹਾ ਸੀ ਤੇ ਮੈਂ ਇੰਨਾ ਘਬਰਾ ਗਿਆ ਸੀ ਕਿ ਮੈਨੂੰ ਇਹ ਵੀ ਨਾ ਸੁੱਝੇ ਜੋ ਘੜੀ ਉੱਤੇ ਨਜ਼ਰ ਮਾਰ ਵੇਖਾਂ। ਇਸ ਗੱਲ ਦਾ ਧਿਆਨ ਰੱਖਦਿਆਂ ਕਿ ਕੋਈ ਖੜਾਕ ਨਾ ਹੋਏ, ਮੈਂ ਆਪਣੀਆਂ ਬਾਹਾਂ ਨੂੰ ਜ਼ੋਰ ਨਾਲ ਹਿਲਾਉਣ ਤੇ ਲੱਤਾਂ ਨੂੰ ਹੇਠਾਂ ਉੱਤੇ ਕਰਨ ਲੱਗਾ ਤਾਂ ਜੋ ਮੇਰਾ ਸਰੀਰ ਨਿੱਘਾ ਰਹੇ। ਥੋੜ੍ਹੇ ਚਿਰ ਬਾਅਦ ਮੈਂ ਬਿੜਕ ਲੈਣ ਲਈ ਰੁਕ ਜਾਂਦਾ ਸੀ। ਅਖੀਰ ਮੈਂ ਪਾਣੀ ਦੇ ਛਿੱਟਿਆਂ ਦੀ ਮਾੜੀ ਜਿਹੀ ਆਵਾਜ਼ ਸੁਣੀ ਤੇ ਆਪਣੇ ਮੂੰਹ ਅੱਗੇ ਹੱਥ ਰੱਖ ਕੇ ਮੈਂ ਹੌਲੀ ਜਿਹੀ ਜਰਮਨ 'ਚ ਆਖਿਆ, ਥੰਮ। ਚੁੱਪ ਕਰ, ਇੱਧਰ ਆ ਜਾ। ਚੌਕਸੀ ਨਾਲ ਤੁਰਦਿਆਂ ਮੈਂ ਕੁਝ ਕਦਮ ਪੁੱਟੇ ਤੇ ਮੇਰੇ ਬੂਟਾਂ ਵਿੱਚ ਠੰਡਾ ਪਾਣੀ ਭਰ ਗਿਆ ਤੇ ਮੇਰੇ ਪੈਰ ਜਿਵੇਂ ਬਰਫ਼ 'ਚ ਪੈ ਗਏ। ਖੱਡ ਦੀ ਕੀ ਖਬਰ ਹੈ? ਅਮਨ? ਖੋਲਨ ਦਾ ਪਹਿਲਾ ਸਵਾਲ ਸੀ। ਅਮਨ। ਵੇਖਿਆ ਤੇ ਤੂੰ ਸਹਿਮਿਆ ਹੋਇਆ ਸੀ। ਉਹਨੇ ਖੁਸ਼ ਹੋ ਕੇ ਫੁਸਰ ਕੀਤਾ। ਪਿਛਲੇ ਪਾਸੇ ਬਹਿ ਜਾ। ਉਹਨੇ ਮੇਰੇ ਕੋਲੋਂ ਮੇਰੀ ਗੰਨ ਫੜ ਕੇ ਹੁਕਮ ਦਿੱਤਾ। ਜਿਉਂ ਹੀ ਮੈਂ ਕਿਸ਼ਤੀ 'ਚ ਬੈਠਾ ਉਹਨੇ ਚੜ੍ਹਦੇ ਪਾਣੀ ਵੱਲ ਕਿਸ਼ਤੀ ਚਲਾਉਣੀ ਸ਼ੁਰੂ ਕੀਤੀ। ਕਿਸ਼ਤੀ ਦੇ ਪਿੱਛੇ ਬਹਿ ਕੇ ਮੈਂ ਆਪਣੇ ਬੂਟ ਲਾਏ, ਉਹਨਾਂ 'ਚੋਂ ਪਾਣੀ ਕੱਢਿਆ। ਭਾਰੀ ਬਰਫ਼ਬਾਰੀ ਹੋ ਰਹੀ ਸੀ। ਬਰਫ਼ ਦੇ ਮੋਟੇ ਗੋੜੇ ਦਰਿਆ ਦੇ ਪਾਣੀ ਨੂੰ ਛੂੰਹਦੇ ਹੀ ਪੰਘਰ ਜਾਂਦੇ ਸਨ। ਖੱਬੇ ਕੰਢੇ ਵੱਲੋਂ ਚਾਨਣ ਗੋਲੀਆਂ ਦੀ ਖੋਰ ਬੁਛਾੜ ਹੋਈ। ਗੋਲੀਆਂ ਐਨ ਸਾਡੇ ਸਿਰ ਉੱਤੋਂ ਦੀ ਲੰਘ ਗਈਆਂ। ਲੋੜ ਸੀ ਕਿਸ਼ਤੀ ਨੂੰ ਘੁਮਾਉਣ ਦੀ, ਪਰ ਖੋਲਨ ਕਿਸ਼ਤੀ ਨੂੰ ਚੜ੍ਹਦੇ ਪਾਣੀ ਵੱਲ ਹੀ ਲਈ ਜਾ ਰਿਹਾ ਸੀ। ਤੂੰ ਕਿੱਧਰ ਜਾ ਰਿਹਾ? ਮੈਂ ਕੁਝ ਨਾ ਸਮਝਦਿਆਂ ਪੁੱਛਿਆ। ਉਹਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਫਿਰ ਆਪਣਾ ਸਵਾਲ ਦੁਹਰਾਇਆ। ਅਸੀਂ ਕਿੱਧਰ ਜਾ ਰਹੇ ਹਾਂ? ਲੈ ਫੜ, ਇੱਕ ਵੱਡਾ ਸਾਰਾ ਘੁੱਟ ਭਰ ਲੈ। ਉਹਨੇ ਮੈਨੂੰ ਇੱਕ ਛੋਟੀ ਜਿਹੀ ਫੌਜੀਆਂ ਵਾਲੀ ਫਲਾਸਕ ਫੜਾਉਂਦਿਆਂ ਕਿਹਾ। ਮੈਂ ਸੁੰਨ ਹੋਈਆਂ ਉਂਗਲਾਂ ਨਾਲ ਬੜੀ ਮੁਸ਼ਕਿਲ ਨਾਲ ਢੱਕਣ ਖੋਲ੍ਹਿਆ ਤੇ ਥੋੜ੍ਹੀ ਜਿਹੀ ਵੋਦਕਾ ਅੰਦਰ ਸੁੱਟ ਲਈ। ਮੇਰੇ ਗਲੇ 'ਚ ਸੁੱਖਦਾਈ ਸੜੂੰ ਜਿਹੀ ਹੋਈ ਤੇ ਅੰਦਰ ਨਿੱਘਾ ਹੋ ਗਿਆ ਲੱਗਾ, ਪਰ ਮੇਰਾ ਕੰਬ ਅਜੇ ਵੀ ਨਹੀਂ ਸੀ ਹਟਿਆ। ਪੀ ਲੈ ਸਾਰੀ, ਖੋਲਨ ਨੇ ਮਸਾਂ ਚੱਪੂ ਮਾਰਦਿਆਂ ਹੌਲੀ ਜਿਹਾ ਕਿਹਾ। ਤੇ ਤੂੰ? ਮੈਂ ਕੰਢੇ 'ਤੇ ਪਹੁੰਚ ਕੇ ਪਿਆਏਂਗਾ। ਮੈਂ ਇੱਕ ਹੋਰ ਵੱਡਾ ਸਾਰਾ ਘੁੱਟ ਭਰਿਆ ਤੇ ਇਹ ਵੇਖ ਕੇ ਅਫਸੋਸ ਹੋਇਆ ਕਿ ਫਲਾਸਕ ਖਾਲੀ ਹੋ ਗਈ ਸੀ ਤੇ ਫਲਾਸਕ ਮੈਂ ਜੇਬ 'ਚ ਤੁੰਨ ਲਈ। ਪਰ ਜੇ ਅਜੇ ਉਹ ਨਾ ਗਿਆ ਹੋਇਆ ਤਾਂ? ਖੋਲਨ ਅਚਾਨਕ ਬੋਲਿਆ। ਤੇ ਜੇ ਉਹ ਉੱਥੇ ਹੀ ਪਿਆ ਉਡੀਕਦਾ ਹੋਇਆ? ਕਾਸ਼ ਮੈਂ ਇਸ ਵੇਲੇ ਉੱਥੇ ਉਹਦੇ ਕੋਲ ਹੁੰਦਾ। ਮੈਨੂੰ ਹੁਣ ਸਮਝ ਆਈ ਕਿ ਅਸੀਂ ਵਾਪਸ ਕਿਉਂ ਨਹੀਂ ਸੀ ਮੁੜ ਰਹੇ।
ਅਸੀਂ ਖੱਡ ਦੇ ਸਾਹਮਣੇ ਸਾਂ ਤਾਂ ਜੋ ਕਿਸੇ ਅਬੀ ਨਬੀ ਦੀ ਹਾਲਤ ਵਿੱਚ ਦੁਸ਼ਮਣ ਦੇ ਕੰਢੇ ਜਾ ਸਕੀਏ ਤੇ ਮੁੰਡੇ ਦੀ ਮਦਦ ਕਰ ਸਕੀਏ। ਉਸ ਪਾਸੇ ਤੋਂ ਹਨੇਰੇ ਵਿੱਚ ਥੋੜ੍ਹੇ ਵਕਫੇ ਮਗਰੋਂ ਮਸ਼ੀਨ ਗਨ ਦੀਆਂ ਗੋਲੀਆਂ ਦੀਆਂ ਲੰਮੀਆਂ ਬਾੜਾਂ ਦਰਿਆ ਉੱਤੇ ਪੈਂਦੀਆਂ ਸਨ। ਹਰ ਵਾਰੀ ਜਦੋਂ ਸ਼ਾਂ ਕਰਦੀਆਂ ਗੋਲੀਆਂ ਕਿਸ਼ਤੀ ਦੇ ਕੋਲ ਪਾਣੀ 'ਚ ਡਿੱਗਦੀਆਂ, ਮੈਂ ਘਬਰਾ ਜਾਂਦਾ। ਹਨੇਰੇ 'ਚ ਸਿੱਲੀ ਬਰਫ਼ ਦੇ ਪਰਦੇ ਵਿੱਚੋਂ ਸਾਨੂੰ ਵੇਖ ਸਕਣਾ ਸ਼ਾਇਦ ਮੁਮਕਿਨ ਨਹੀਂ ਸੀ, ਪਰ ਖੁੱਲ੍ਹੇ ਪਾਣੀ 'ਚ ਜਿੱਥੇ ਬੰਦਾ ਨਾ ਖਾਈ ਵਿੱਚ ਲੁਕ ਸਕਦਾ, ਨਾ ਕੋਈ ਓਟ ਆਸਰਾ ਲੱਭ ਸਕਦਾ, ਦੁਸ਼ਮਣ ਦੀਆਂ ਵਰਦੀਆਂ ਗੋਲੀਆਂ 'ਚ ਹੋਣਾ ਕੋਈ ਘੱਟ ਲਾਹਣਤੀ ਅਸੁਖਾਵਾਂ ਤਜਰਬਾ ਨਹੀਂ ਸੀ। ਖੋਲੇ ਨੇ ਮੇਰਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਦਿਆਂ ਫੁਸਰ ਕੀਤਾ, ਇਸ ਤਰ੍ਹਾਂ ਅੰਨ੍ਹੇਵਾਹ ਚੱਲਦੀਆਂ ਗੋਲੀਆਂ ਵਿੱਚ ਕੋਈ ਮੂਰਖ ਜਾਂ ਬੁਜ਼ਦਿਲ ਹੀ ਮਰ ਸਕਦਾ। ਯਾਦ ਰੱਖ, ਕਾਤਾਸੁਨੋਵ ਨਾ ਮੂਰਖ ਸੀ ਨਾ ਬੁਜ਼ਦਿਲ, ਇਹ ਮੇਰਾ ਪੱਕਾ ਯਕੀਨ ਸੀ, ਪਰ ਮੈਂ ਆਖਿਆ ਕੁਛ ਨਹੀਂ। ਉਹ ਤੇਰੀ ਸਹਾਇਕ ਡਾਕਟਰ ਮਾੜੀ ਨਹੀਂ, ਉਹਨੇ ਪ੍ਰਤੱਖ ਤੌਰ 'ਤੇ ਮੇਰਾ ਧਿਆਨ ਕਿਸੇ ਹੋਰ ਪਾਸੇ ਲਿਜਾਣ ਲਈ ਥੋੜ੍ਹੀ ਚਿਰ ਮਗਰੋਂ ਆਖਿਆ। ਮਾੜੀ ਨਹੀਂ? ਮੈਂ ਹਾਮੀ ਭਰੀ। ਮੇਰਾ ਦੰਦੋ ਡਿੱਕਾ ਵੱਜ ਰਿਹਾ ਸੀ ਤੇ ਮੈਂ ਇਸ ਸਹਾਇਕ ਡਾਕਟਰ ਬਾਰੇ ਨਹੀਂ ਸੀ ਸੋਚ ਰਿਹਾ। ਜੇ ਮੈਂ ਕਿਸੇ ਚੀਜ਼ ਬਾਰੇ ਸੋਚ ਰਿਹਾ ਸੀ ਤਾਂ ਇਹ ਸੀ ਡਾਕਟਰੀ ਸਹਾਇਤਾ ਦੀ ਚੌਂਕੀ ਵਾਲਾ ਨਿੱਘਾ ਮੋਰਚਾ ਤੇ ਅੰਗੀਠੀ, ਉਹ ਲੋਹੇ ਦੀ ਪਿਆਰੀ ਅੰਗੀਠੀ। ਖੱਬੇ ਕੰਢੇ ਤੋਂ ਮਨ ਭਾਉਂਦੇ ਕੰਢੇ ਤੋਂ ਜਿੱਥੇ ਸੁਰੱਖਿਆ ਤੇ ਨਿੱਘ ਦਾ ਇਕਰਾਰ ਸੀ। 3 ਵਾਰੀ ਹੋਰ ਚਾਨਣ ਗੋਲੀਆਂ ਚਲਾਈਆਂ ਗਈਆਂ। ਉਹ ਸਾਨੂੰ ਵਾਪਸ ਮੁੜਨ ਦਾ ਸੰਕੇਤ ਕਰ ਰਹੇ ਸਨ, ਪਰ ਅਸੀਂ ਅਜੇ ਵੀ ਸੱਜੇ ਕੰਢੇ ਦੇ ਨੇੜੇ ਪਾਣੀ 'ਚ ਪਏ ਫਿਰਦੇ ਸੀ। ਉਹ ਇੱਕ ਤਰ੍ਹਾਂ ਨਾਲ ਚਲਾ ਗਿਆ ਹੋਏਗਾ, ਖੋਲੇ ਨੇ ਆਖਰ ਜ਼ੋਰ ਦੀ ਚੱਪੂ ਮਾਰ ਕੇ ਕਿਸ਼ਤੀ ਨੂੰ ਮੋੜਦਿਆਂ ਆਖਿਆ। ਉਹਨੇ ਆਪਣਾ ਰੁੱਖ ਫੜਿਆ ਤੇ ਹਨੇਰੇ 'ਚ ਵੀ ਬੇਹੱਦ ਸਹੀ ਸੇਧ 'ਚ ਕਿਸ਼ਤੀ ਚਲਾਉਣ ਲੱਗਾ। ਅਸੀਂ ਮੇਰੀ ਬਟਾਲੀਅਨ ਦੀ ਸੱਜੀ ਬਾਹੀ ਵੱਲ, ਜਿੱਥੇ ਸਰਹੱਦੀ ਚੌਂਕੀ ਦਾ ਪਲਟਨ ਕਮਾਂਡਰ ਸੀ, ਵੱਡੀ ਮਸ਼ੀਨ ਗਨ ਦੀ ਖਾਈ ਦੇ ਆਸ-ਪਾਸ ਵੱਲ ਜਾ ਰਹੇ ਸਾਂ। ਉਹ ਸਾਨੂੰ ਉਡੀਕ ਰਹੇ ਸਨ ਤੇ ਉਹਨਾਂ ਆਰਾਮ ਨਾਲ ਪਰ ਹਾਕਮਾਨਾ ਅੰਦਾਜ਼ 'ਚ ਸਾਨੂੰ ਵੰਗਾਰਿਆ। ਖਲੋ ਜਾ, ਕੌਣ ਜਾ ਰਿਹਾ? ਮੈਂ ਸੰਕੇਤਕ ਲਫ਼ਜ਼ ਬੋਲਿਆ। ਉਹਨਾਂ ਨੇ ਮੇਰੀ ਆਵਾਜ਼ ਪਛਾਣ ਲਈ ਤੇ ਇੱਕ ਪਲ ਮਗਰੋਂ ਅਸੀਂ ਦਰਿਆ ਕਿਨਾਰੇ ਜਾ ਲੱਥੇ। ਮੈਂ ਬਿਲਕੁਲ ਥੱਕਿਆ ਹਾਰਿਆ ਹੋਇਆ ਸਾਂ। ਭਾਵੇਂ ਮੈਂ ਵੋਦਕਾ ਦਾ ਪੂਰਾ ਗਲਾਸ ਪੀਤਾ ਸੀ, ਪਰ ਮੈਨੂੰ ਹਾਲੇ ਵੀ ਕਾਂਬਾ ਛਿੜਿਆ ਹੋਇਆ ਸੀ ਅਤੇ ਮੈਂ ਸੁੰਨ ਹੋਏ ਪੈਰ ਮਸਾਂ ਹੀ ਘਸੀਟ ਰਿਹਾ ਸਾਂ। ਆਪਣੇ ਦੰਦੋ ਡਿੱਕੇ ਉੱਤੇ ਕਾਬੂ ਪਾਉਂਦਿਆਂ ਮੈਂ ਹੁਕਮ ਦਿੱਤਾ ਕਿ ਕਿਸ਼ਤੀ ਨੂੰ ਬਾਹਰ ਕੱਢ ਕੇ ਲੁਕਾ ਛੁਪਾ ਦਿੱਤਾ ਜਾਏ ਤੇ ਅਸੀਂ ਸਕੁਐਡ ਕਮਾਂਡਰ ਸਾਰਜੈਂਟ ਯੂਯੇਵ ਨਾਲ, ਜਿਹੜਾ ਖੁਸ਼ ਰਹਿਣਾ ਤੇ ਲੋਹੜੇ ਦਾ ਬਹਾਦਰ ਤੇ ਮੇਰਾ ਚਹੇਤਾ ਸੀ, ਕੰਢੇ 'ਤੇ ਤੁਰ ਪਏ। ਉਹ ਸਾਡੇ ਅੱਗੇ ਤੁਰਿਆ ਜਾਂਦਾ ਸੀ। ਕਾਮਰੇਡ ਸੀਨੀਅਰ ਲੈਫਟੀਨੈਂਟ, ਬੰਦੀ ਕਿੱਥੇ ਹੈ? ਉਹਨੇ ਅਚਾਨਕ ਪਿੱਛੇ ਮੁੜ ਕੇ ਪੁੱਛਿਆ। ਕਿਹੜਾ ਬੰਦੀ? ਕਹਿੰਦੇ ਸਨ ਕਿ ਤੁਸੀਂ ਭੇਤ ਜਾਣਨ ਵਾਸਤੇ ਕਿਸੇ ਬੰਦੀ ਨੂੰ ਲੈਣ ਗਏ ਸੀ। ਪਿੱਛੇ ਤੁਰੇ ਆਉਂਦੇ ਖੋਲਨ ਨੇ ਮੈਨੂੰ ਧੱਕ ਕੇ ਇੱਕ ਪਾਸੇ ਕੀਤਾ ਤੇ ਪੁਲਾਂਘਾ ਪੁੱਟਦਾ ਯੂਯੇਵ ਕੋਲ ਚਲਾ ਗਿਆ। ਤੂੰ ਆਪਣੀ ਜ਼ੁਬਾਨ ਬੰਦ ਹੀ ਰੱਖੇ ਤਾਂ ਚੰਗਾ, ਸਮਝ ਗਿਆ? ਉਹਨੇ ਇੱਕ ਲਫ਼ਜ਼ ਨੂੰ ਨਿਖੇੜ ਕੇ ਕਠੋਰਤਾ ਨਾਲ ਆਖਿਆ। ਮੈਨੂੰ ਇਹ ਵੀ ਜਾਪਿਆ ਕਿ ਉਹਨੇ ਯੂਯੇਵ ਦੇ ਮੋਢੇ ਉੱਤੇ ਆਪਣਾ ਭਾਰਾ ਜਿਹਾ ਹੱਥ ਮਾਰਿਆ ਸੀ ਜਾਂ ਸ਼ਾਇਦ ਉਹਨੂੰ ਕਾਲਰ ਤੋਂ ਫੜਿਆ ਸੀ। ਖੋਲਨ ਇਸ ਤਰ੍ਹਾਂ ਦਾ ਹੀ ਬੰਦਾ ਸੀ। ਉਹ ਛੇਤੀ ਗੁੱਸੇ 'ਚ ਆ ਜਾਣ ਵਾਲਾ ਤੇ ਅੱਖੜ ਸੁਭਾਅ ਵਾਲਾ ਸੀ। ਆਪਣੀ ਜ਼ੁਬਾਨ ਬੰਦ ਹੀ ਰੱਖੇ ਤਾਂ ਚੰਗਾ ਹੈ, ਉਹਨੇ ਧਮਕੀ ਦਿੰਦਿਆਂ ਲਫ਼ਜ਼ ਦੁਹਰਾਏ। ਮੂੰਹ ਬੰਦ ਰੱਖ, ਭਲਾ ਇਸੇ ਵਿੱਚ ਹੈ, ਤੇ ਹੁਣ ਆਪਣੀ ਚੌਂਕੀ ਨੂੰ ਮੁੜ ਜਾ। ਯੂਯੇਵ ਅਜੇ ਕੁਝ ਕਦਮਾਂ ਦੀ ਵਿੱਥ ਉੱਤੇ ਹੀ ਸੀ ਜਦੋਂ ਖੋਲਨ ਨੇ ਜਾਣ ਬੁੱਝ ਕੇ ਉੱਚੀ ਤੇ ਸਖਤ ਆਵਾਜ਼ 'ਚ ਕਿਹਾ, ਬਾਂ ਕਰਨ ਵਾਲੇ ਬਹੁਤ ਨੇ ਤੇਰੀ ਬਟਾਲੀਅਨ 'ਚ। ਗਾਲਤਸੇਵ, ਸਾਡੇ ਕੰਮ 'ਚ ਬੜੀ ਖਤਰਨਾਕ ਗੱਲ ਹੁੰਦੀ ਹੈ। ਹਨੇਰੇ 'ਚ ਉਹਨੇ ਮੇਰੀ ਬਾਂਹ 'ਚ ਬਾਂਹ ਪਾ ਲਈ, ਮੇਰੀ ਅਰਕ ਨੂੰ ਜ਼ੋਰ ਨਾਲ ਘੁੱਟਿਆ ਤੇ ਮੁਖੌਲ ਕਰਦਿਆਂ ਮੇਰੇ ਕੰਨ 'ਚ ਆਖਿਆ, ਬੰਦਾ ਤੂੰ ਵੀ ਕਮਾਲ ਹੈ, ਆਪਣੀ ਬਟਾਲੀਅਨ ਨੂੰ ਇੱਥੇ ਛੱਡ ਕੇ ਦੂਜੇ ਕੰਢੇ ਬੰਦੀ ਲੱਭਦਾ ਫਿਰਦਾ ਹੈ, ਸ਼ਿਕਾਰੀ ਵੱਡਾ। ਮੋਰਚੇ ਵਿੱਚ ਵਾਪਸ ਆ ਕੇ ਅਸੀਂ ਮਾਟਰ ਦੇ ਫਾਲਤੂ ਬਾਰੂਦ ਦੀ ਮਦਦ ਨਾਲ ਅੰਗੀਠੀ ਬਾਲੀ, ਸਾਰੇ ਕੱਪੜੇ ਲਾਹਤੇ ਤੇ ਆਪਣੇ ਤੌਲੀਏ ਨਾਲ ਸਰੀਰ ਨੂੰ ਰਗੜਿਆ। ਸੁੱਕੇ ਹੇਠਲੇ ਕੱਪੜੇ ਪਾ ਕੇ ਖੋਲਨ ਨੇ ਆਪਣੇ ਮੋਢਿਆਂ ਉੱਤੇ ਵੱਡਾ ਕੋਟ ਸੁੱਟ ਲਿਆ ਤੇ ਮੇਜ਼ ਕੋਲ ਬੈਠ ਕੇ ਉਸ ਨਕਸ਼ੇ ਨੂੰ ਡੂੰਘੀ ਨਜ਼ਰ ਨਾਲ ਵੇਖਣ ਲੱਗਾ ਜਿਹੜਾ ਉਹਨੇ ਮੇਜ਼ ਉੱਤੇ ਫੈਲਾਇਆ ਹੋਇਆ ਸੀ। ਜਦੋਂ ਦਾ ਮੋਰਚੇ ਅੰਦਰ ਆਇਆ ਸੀ, ਉਦੋਂ ਦਾ ਹੀ ਮੁਰਝਾਇਆ ਹੋਇਆ ਲੱਗ ਰਿਹਾ ਸੀ। ਉਹ ਥੱਕਿਆ ਹੋਇਆ ਤੇ ਫਿਕਰਮੰਦ ਜਾਪਦਾ ਸੀ। ਮੈਂ ਦਮ ਪੁਖਤਾ ਗੋਸ਼ਤ ਦਾ ਡੱਬਾ, ਸੂਰ ਦੀ ਚਰਬੀ, ਲੂਣੇ ਖੀਰਿਆਂ ਵਾਲਾ ਮਰਤਬਾਨ ਰੋਟੀ, ਦਹੀਂ ਤੇ ਵੋਦਕਾ ਦੀ ਫਲਾਸਕ ਮੇਜ਼ ਉੱਤੇ ਰੱਖ ਦਿੱਤੀ। ਉਫ਼, ਕਾਸ਼ ਪਤਾ ਹੁੰਦਾ ਉਹਦਾ ਇਸ ਵੇਲੇ ਕੀ ਹਾਲ ਹੈ। ਖੋਲਨ ਅਚਾਨਕ ਖੜਾ ਹੋ ਕੇ ਬੋਲ ਉੱਠਿਆ, ਪਤਾ ਨਹੀਂ ਕੀ ਹਾਲ ਹੈ? ਕਿਉਂ? ਉਹ ਗਸ਼ਤੀ ਟੋਲੀ ਪਰਲੇ ਕੰਢੇ ਵਾਲੀ, ਉਹਨੂੰ ਅੱਧਾ ਘੰਟਾ ਮਗਰੋਂ ਲੰਘਣਾ ਚਾਹੀਦਾ ਸੀ। ਆਈ ਸਮਝ? ਇਹਦਾ ਮਤਲਬ ਹੈ ਕਿ ਜਾਂ ਜਰਮਨਾਂ ਨੇ ਆਪਣਾ ਚੌਂਕੀਆਂ ਦਾ ਕਾਰਜਕ੍ਰਮ ਬਦਲ ਲਿਆ ਤੇ ਜਾਂ ਅਸੀਂ ਗੜਬੜ ਕਰ ਬੈਠੇ ਹਾਂ। ਦੋਵਾਂ ਹਾਲਤਾਂ ਵਿੱਚ ਮੁੰਡੇ ਨੂੰ ਆਪਣੀ ਜਾਨ ਦਾ ਮੁੱਲ ਤਾਰਨਾ ਪੈ ਸਕਦਾ ਹੈ।
ਅਸੀਂ ਇੱਕ ਮਿੰਟ ਦਾ ਹਿਸਾਬ ਲਾ ਕੇ ਸਭ ਕੁਝ ਤੈਅ ਕੀਤਾ ਸੀ, ਪਰ ਉਹ ਤਾਂ ਨਿਕਲ ਗਿਆ। ਅਸੀਂ ਕਿੰਨਾ ਚਿਰ ਉਡੀਕਦੇ ਰਹੇ, ਘੰਟਾ ਭਰ, ਪਰ ਸਭ ਅਮਨ-ਮਾਨ ਸੀ, ਇੱਥੇ ਨਿਕਲ ਗਿਆ। ਖੋਲੇ ਨੇ ਖਿੱਚ ਕੇ ਆਖਿਆ, ਜੇ ਤੂੰ ਜਾਣਨਾ ਚਾਹੁੰਦਾ ਹੈ ਤਾਂ ਉਹਨੇ 50 ਕਿਲੋਮੀਟਰ ਤੋਂ ਵੱਧ ਸਫ਼ਰ ਕਰਨਾ ਹੈ। ਇਹਨਾਂ ਵਿੱਚੋਂ ਕੋਈ 20 ਕਿਲੋਮੀਟਰ ਸੂਰਜ ਚੜ੍ਹਨ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ। ਕਦਮ ਕਦਮ ਉੱਤੇ ਉਹਦਾ ਜਰਮਨਾਂ ਨਾਲ ਟਾਕਰਾ ਹੋ ਸਕਦਾ ਹੈ ਤੇ ਬੜਾ ਕੁਝ ਅਣਕਿਆਸਿਆ ਵਾਪਰ ਸਕਦਾ ਹੈ। ਖੈਰ, ਗੱਲਾਂ ਕਰਨ ਨਾਲ ਕੁਝ ਨਹੀਂ ਹੋ ਸਕਦਾ। ਉਹਨੇ ਨਕਸ਼ਾ ਮੇਜ਼ ਤੋਂ ਚੁੱਕ ਦਿੱਤਾ। ਲਿਆ ਫਿਰ। ਮੈਂ 2 ਮੱਗਾਂ 'ਚ ਵੋਦਕਾ ਪਾ ਦਿੱਤੀ। ਖੜਕਾਉਣੇ ਨਹੀਂ। ਖੋਲੇ ਨੇ ਇੱਕ ਮੱਗ ਚੁੱਕਦਿਆਂ ਮੈਨੂੰ ਚੇਤਾਵਨੀ ਦਿੱਤੀ। ਅਸੀਂ ਮੱਗ ਫੜ ਕੇ ਕੁਝ ਚਿਰ ਚੁੱਪਚਾਪ ਬੈਠੇ ਰਹੇ। ਆਹ, ਕਾਤਾ ਸੁਣੋ। ਖੋਲੇ ਨੇ ਮੇਰੇ ਵੱਲ ਘੂਰ ਕੇ ਵੇਖਦਿਆਂ ਇੱਕ ਲੰਮਾ ਸਾਹ ਲਿਆ ਤੇ ਕੰਬਦੀ ਆਵਾਜ਼ 'ਚ ਲਫ਼ਜ਼ ਹੋਰ ਆਖ ਦਿੱਤੇ। ਤੇਰੇ ਲਈ ਉਹ ਕੁਝ ਨਹੀਂ, ਮੇਰੀ ਤਾਂ ਉਹਨੇ ਜਾਨ ਬਚਾਈ ਸੀ। ਉਹਨੇ ਇੱਕੋ ਸਾਹੀ ਵੋਦਕਾ ਅੰਦਰ ਸੁੱਟ ਲਈ, ਕਾਲੀ ਰੋਟੀ ਦਾ ਇੱਕ ਟੁਕੜਾ ਫੜ ਕੇ ਸੁੰਘਿਆ ਤੇ ਆਖਿਆ, ਥੋੜ੍ਹੀ ਜਿਹੀ ਹੋਰ। ਮੈਂ ਆਪਣਾ ਮੱਗ ਖਾਲੀ ਕੀਤਾ ਤੇ ਦੋਵਾਂ 'ਚ ਹੋਰ ਸ਼ਰਾਬ ਪਾਈ। ਖੋਲਣ ਦੇ ਮੱਗ ਵਿੱਚ ਕੰਢੇ ਤੱਕ ਤੇ ਆਪਣੇ ਵਿੱਚ ਥੋੜ੍ਹੀ ਜਿਹੀ। ਆਪਣਾ ਮੱਗ ਚੁੱਕ ਕੇ ਉਸ ਫੱਟੇ ਵੱਲ ਹੋ ਗਿਆ ਜਿਸ ਉੱਤੇ ਮੁੰਡੇ ਦੀਆਂ ਚੀਜ਼ਾਂ ਵਾਲਾ ਸੂਟਕੇਸ ਪਿਆ ਸੀ ਤੇ ਹੌਲੀ ਜਿਹੀ ਬੋਲਿਆ, ਇਸ ਲਈ ਕਿ ਤੂੰ ਵਾਪਸ ਆਵੇਂ ਤੇ ਫਿਰ ਕਦੇ ਨਾ ਜਾਵੇਂ, ਤੇਰੇ ਭਵਿੱਖ ਲਈ। ਅਸੀਂ ਮੱਗ ਟਕਰਾ ਕੇ ਖਾਲੀ ਕੀਤੇ ਤੇ ਨੁਕਲ ਕਰਨ ਲੱਗ ਪਏ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਘੜੀ ਅਸੀਂ ਦੋਵੇਂ ਮੁੰਡੇ ਬਾਰੇ ਸੋਚ ਰਹੇ ਸਾਂ। ਅੰਗੀਠੀ ਉੱਪਰੋਂ ਤੇ ਪਾਸਿਆਂ ਤੋਂ ਲਾਲ ਸੁਰਖ ਹੋ ਗਈ ਸੀ। ਅਸੀਂ ਵਾਪਸ ਆ ਗਏ ਸਾਂ ਤੇ ਇੱਥੇ ਨਿੱਘੇ ਹੋ ਕੇ ਸੁਰੱਖਿਅਤ ਬੈਠੇ ਸਾਂ ਤੇ ਉਹ ਅਜੇ ਬਾਹਰ ਦੁਸ਼ਮਣਾਂ ਦੀਆਂ ਸਫਾਂ ਵਿੱਚ ਸੀ। ਬਰਫ਼ ਉੱਤੇ ਰੀਂਗਦਾ ਤੇ ਕਦਮ ਕਦਮ ਉੱਤੇ ਸ਼ਹਿ ਲਾ ਕੇ ਬੈਠੀ ਮੌਤ ਸਦਕਾ ਉਦਾਸ ਹੋਇਆ। ਮੈਂ ਕਦੇ ਬੱਚਿਆਂ ਨੂੰ ਖਾਸ ਮੋਹ ਪਿਆਰ ਨਹੀਂ ਸੀ ਕਰਦਾ, ਪਰ ਇਸ ਮੁੰਡੇ ਨਾਲ ਭਾਵੇਂ ਮੈਂ ਉਹਨੂੰ ਸਿਰਫ 2 ਹੀ ਵਾਰੀ ਮਿਲਿਆ ਸੀ, ਮੈਨੂੰ ਇੰਨਾ ਮੋਹ ਹੋ ਗਿਆ ਸੀ ਕਿ ਦਿਲ ਦੀ ਬੇਚੈਨੀ ਦਾ ਦੁੱਖ ਮਹਿਸੂਸ ਕੀਤੇ ਬਗੈਰ ਉਹਦੇ ਬਾਰੇ ਸੋਚ ਹੀ ਨਹੀਂ ਸੀ ਸਕਦਾ। ਮੈਂ ਹੋਰ ਨਹੀਂ ਪੀਤੀ, ਪਰ ਖੋਲੇ ਨੇ ਚੁੱਪ ਗੜੁੱਪ ਰਹਿ ਕੇ ਆਪਣਾ ਤੀਜਾ ਮੱਗ ਵੀ ਖਾਲੀ ਕਰ ਲਿਆ ਸੀ। ਥੋੜ੍ਹੇ ਚਿਰ ਬਾਅਦ ਉਹ ਨਸ਼ੇ 'ਚ ਆ ਗਿਆ ਸੀ ਤੇ ਅੱਗ ਵਰਾਉਂਦਿਆਂ ਨਜ਼ਰਾਂ ਨਾਲ ਮੂੰਹ ਵੱਟ ਕੇ ਮੇਰੇ ਵੱਲ ਵੇਖਦਾ ਹੋਇਆ ਨਿੰਮੋ ਝੂਣ ਬੈਠਾ ਹੋਇਆ ਸੀ। 3 ਸਾਲ ਜਾ ਰਿਹਾ ਲੜਾਈ 'ਚ ਤੇਰਾ, ਉਹਨੇ ਸਿਗਰਟ ਸੁਲਗਾਉਂਦੇ ਹੋਏ ਪੁੱਛਿਆ। ਮੈਨੂੰ ਵੀ, ਪਰ ਅਸੀਂ ਮੌਤ ਨਾਲ ਅੱਖਾਂ ਮਿਲਾ ਕੇ ਨਹੀਂ ਵੇਖਿਆ ਜਿਵੇਂ ਈਵਾਨ ਨੇ ਵੇਖਿਆ। ਤੇਰੇ ਪਿੱਛੇ ਇੱਕ ਬਟਾਲੀਅਨ, ਇੱਕ ਰੈਜੀਮੈਂਟ, ਪੂਰੀ ਦੀ ਪੂਰੀ ਆਰਮੀ ਹੈ ਤੇ ਉਹ ਇਕੱਲਾ। ਗੁੱਸੇ ਨਾਲ ਭੜਕ ਕੇ ਖੋਲੇ ਕੜਕਿਆ, ਇੱਕ ਬੱਚਾ, ਤੇ ਤੂੰ ਉਹਨੂੰ ਇਹ ਨਕਾਰੀ ਛੁਰੀ ਨਾ ਦਿੱਤੀ। ਧੰਨਵਾਦ।